ਤੇ ਪੱਟੀ ਸਾਹਿਬ ਜਦੋਂ ਸਮੇਧ ਸੈਣੀ ਦੀ ਗੱਲ ਆਉਂਦੀ ਆ ਤੇ ਉਧਰੋਂ ਹਮੇਸ਼ਾ ਇੱਕ ਉਮੀਦ ਜੀ ਵੱਜਦੀ ਆ ਕਿ ਸ਼ਾਇਦ ਹੁਣ ਕੋਈ ਇਨਸਾਫ ਮਿਲੇਗਾ, ਕੋਈ ਸਜ਼ਾ ਉਹਨੂੰ ਮਿਲੇਗੀ। ਪਰ ਹਾਈ ਕੋਰਟ ਨੂੰ ਪਤਾ ਨਹੀਂ ਉਹਦੇ ਤੇ ਕਿਉਂ ਤਰਸ ਆ ਜਾਂਦਾ। ਅੰਤਰਿਮ ਜ਼ਮਾਨਤ ਵੀ ਦੇ ਦਿੱਤੀ ਆ ਤੇ ਵਿਜੀਲੈਂਸ ਨੂੰ ਬੜਾ ਵੱਡਾ ਜਿਹੜਾ ਝਟਕਾ ਮਿਲਿਆ। ਸੋ ਇਹਦੇ ਬਾਰੇ ਦੱਸੋ। उस सरकार दे थोड़े दा दस्ता वा जिस सरकार ने पिछले समय से पंजाब दे विच जिहड़ी साडी नौजवानी दा डट के घाण कीता जी, रज के घाण कीता ते जदों हथौड़े दा दस्ता इस तरह दा होवे ते ओहदा फिर बचाव ते सरकारां करदियां हुंदियां जिहदे विच विजिलेंस कहंदी आ कि इहदियां दी 5 स्टेटां दे विच 77 प्रापर्टियां ने, अरबां खरबां की प्रॉपर्टी है, वो भी असी इन्वेस्टिगेशन कर रहे हैं। 8 टीमां बना के छापेमारी कर रहे हैं। विजिलेंस में पता पर सैनी कित्थे है, सैनी भी पता विजिलेंस की कर रही है। ਤੇ ਪੱਟੀ ਸਾਹਿਬ ਚੜੂਨੀ ਸਾਹਿਬ ਨੇ ਕਹਿੰਦੇ ਜਿਹੜਾ ਹੁਣ ਸੰਭਾਵੀ ਮੁੱਖ ਮੰਤਰੀ ਹੋਣ ਦਾ ਦਾਵਾ ਛੱਡਿਆ ਆ ਤੇ ਕਹਿੰਦੇ ਕੋਈ ਸਿਆਸੀ ਪਾਰਟੀ ਨਹੀਂ ਬਣਨੀ ਆ, ਸੰਯੁਕਤ ਮੋਰਚੇ ਨੂੰ ਸਮਰਪਿਤ ਹੋ ਕੇ ਰਹਿਣ ਬਾਰੇ ਕਿਹਾ ਆ ਉਹਨਾਂ ਨੇ। ਚੜੂਨੀ ਸਾਹਿਬ ਚੰਗੇ ਰਹਿ ਗਏ ਆ, ਵਾਪਸ ਘਰ ਨੂੰ ਮੁੜ ਆਏ ਆ। ਜੇ ਨਾ ਮੁੜਦੇ ਤੇ ਲੋਕਾਂ ਦੇ ਧੱਕੇ ਮਾਰ ਕੇ ਇੰਨਾ ਘੁਰਬਾਰ ਕੱਢ ਦੇਣ ਕਿ ਘਰ ਹੀ ਲੱਭਣਾ ਕਿੱਥੇ ਕਿੱਥੇ ਨਹੀਂ ਹੈਗਾ। ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਅਕਾਲ ਤਖਤ ਤੇ ਸਕੱਤਰੇਤ ਵਿਖੇ ਨਾਨਕ ਮੱਤੇ ਗੁਰਦੁਆਰੇ ਦੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਜਥੇਦਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਬਗਾਵਤ ਕਰ ਦਿੱਤੀ। ਕੀ ਹੋਇਆ ਬਗਾਵਤ ਕਰਨ ਤੋਂ ਬਾਅਦ? ਤੂੰ ਕਹਿੰਦਾ ਮੇਰਾ ਕਸੂਰ ਦੱਸੋ ਕੀ ਹੈ? ਕਹਿੰਦਾ ਤੂੰ ਦਾੜੀ ਰੰਗੀ ਆ। ਭਾਈ ਵੇਖੋ ਦਾੜੀ ਰੰਗੀ ਆ, ਅਗਲੇ ਨੂੰ ਸਤਿਕਾਰ ਕਰੋ। ਉਮਰ ਸ਼ਕਲ ਦਾ ਵੱਡਾ ਹੋਵੇ ਉਹਨੂੰ ਕਹੀ ਸਰਦਾਰ ਜੀ ਪਿੱਛੇ ਹੋ ਕੇ ਬੈਠ ਜਾਓ, ਤੁਹਾਡੇ ਨਾਲ ਬਾਅਦ ਗੱਲ ਕਰਦੇ ਅਸੀਂ, ਤੁਹਾਡੇ ਤੇ ਦੋਸ਼ ਹੋਰੇਗਾ, ਕੋਈ ਗੱਲ ਨਹੀਂ, ਬੈਠ ਜਾਓ ਤੁਸੀਂ, ਕੋਈ ਗੱਲ ਨਹੀਂ। ਇਹਨਾਂ ਦੀ ਉੱਥੇ ਤਤਕਾਰ ਹੋ ਗਈ ਤੇ ਉਹਨੇ ਮੀਟਿੰਗ ਜੀ ਕਹਿਤਾ ਜੀ ਮੈਂ ਚੱਲਿਆ, ਮੈਂ ਤੈਨੂੰ ਜਥੇਦਾਰ ਨਹੀਂ ਮੰਨਦਾ। ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰੀਦੀ ਆ ਕਿ ਅਸੀਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਖਬਰਾਂ ਲੈ ਕੇ ਤੁਹਾਡੇ ਤੱਕ ਆਈਏ ਤੇ ਤੁਸੀਂ ਸਾਨੂੰ ਸਵਾਲ ਕਰਦੇ ਹੋ। ਧੰਨਵਾਦ ਤੁਹਾਡਾ। ਪਰ ਜਦੋਂ ਤੁਸੀਂ ਬਾਰ-ਬਾਰ ਇੱਕ ਸਵਾਲ ਨੂੰ ਰਿਪੀਟ ਕਰਦੇ ਆ ਤੇ ਜਵਾਬ ਅਸੀਂ ਜ਼ਰੂਰ ਦਿੰਦੇ ਆ, ਪਰ ਜਦੋਂ ਸਾਡੇ ਨਾਲ ਗੈਸਟ ਹੁੰਦੇ ਆ ਅਸੀਂ ਉਸ ਵਿਸ਼ੇ ਦੇ ਉੱਤੇ ਰਹਿਣਾ ਜ਼ਿਆਦਾ ਜ਼ਰੂਰੀ ਸਮਝਦੇ ਆ ਕਿ ਅਸੀਂ ਵਿਸ਼ੇ ਤੋਂ ਬਾਹਰ ਨਿਕਲ ਕੇ ਗੱਲ ਨਹੀਂ ਕਰੀਦੀ। ਤੇ ਜਦੋਂ ਸਾਡੇ ਕੋਲ ਟਾਈਮ ਹੁੰਦਾ ਆ ਤੇ ਉਦੋਂ ਅਸੀਂ ਸ਼ੋਅ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੀਦੀ ਆ, ਪਰ ਜਿਹੜੇ ਵਾਜਿਬ ਸਵਾਲ ਹੁੰਦੇ ਆ ਉਹਨਾਂ ਦੇ ਜਵਾਬ ਹੀ ਦਿੱਤੇ ਜਾਂਦੇ ਆ। ਸੋ ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਸਾਹਿਬ ਲੈ ਕੇ ਚੱਲਦੇ ਹਾਂ, ਜਿੱਥੋਂ ਜਸਵੀਰ ਸਿੰਘ ਪੱਟੀ ਪੰਜਾਬ ਦੀਆਂ ਖਬਰਾਂ ਦੇ ਬਾਰੇ ਸਾਨੂੰ ਦੱਸਣਗੇ। ਸੋ ਆਓ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਜਸਵੀਰ ਸਿੰਘ ਪੱਟੀ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਕੱਲ ਅਸੀਂ ਗੱਲ ਕੀਤੀ ਸੀ ਕਿ ਸਿੱਧੂ ਨੇ 4 ਸਲਾਹਕਾਰ ਜਿਹੜੇ ਬਣਾ ਲਏ ਆ ਤੇ ਤੁਸੀਂ ਬੜੀ ਬਾਰੀਕੀ ਦੇ ਵਿੱਚ ਉਹਨਾਂ ਸਾਰਿਆਂ ਬਾਰੇ ਦੱਸਿਆ ਸੀ ਤੇ ਉਹਨਾਂ ਵਿੱਚੋਂ ਕਹਿੰਦਾ ਮੁਹੰਮਦ ਮੁਸਤਫਾ ਜਿਹੜੇ ਉਹ ਬਾਗੀ ਹੋ ਗਏ ਆ। ਇਹਨਾਂ ਦੇ ਬਾਰੇ ਦੱਸਿਓ ਜੀ। ਹੱਲੇ ਤਾਂ ਦੈਨੀ 1-2 ਹੋਏ ਸੀ। ਜਿੱਥੋਂ ਤੱਕ ਮੁਹੰਮਦ ਮੁਸਤਫਾ ਦੀ ਗੱਲ ਹੈ ਜੀ, ਉਹਨਾਂ ਦੀ ਪਤਨੀ ਪੰਜਾਬ ਦੇ ਵਿੱਚ ਟਰਾਂਸਪੋਰਟ ਮਿਨਿਸਟਰ ਜੀ। ਤੇ ਜੇ ਲੇਖਾ ਜੋਖਾ ਕਰ ਲਈਏ ਤੇ 4.5 ਸਾਲਾਂ ਚ ਉਹ ਦੱਸ ਦਿਨ ਕਿ ਟਰਾਂਸਪੋਰਟ ਕਿਹੜੀ ਵਧਾਈ ਹੈ ਤੇ ਕਿਹੜੀ ਘਟਾਈ ਹੈ। ਜੇ ਵਧੀ ਹੋਊਗੀ ਤੇ ਪ੍ਰਾਈਵੇਟ ਵਧੀ ਹੋਊਗੀ, ਜੇ ਟਾਂਕਾ ਲੱਗਾ ਤਾਂ ਰੋਡ ਵੀ ਲੱਗਾ ਹੋਊਗਾ, ਸਰਕਾਰੀ ਟਰਾਂਸਪੋਰਟ। ਹੁਣ ਜੇ ਸਿੱਧੂ ਸਾਹਿਬ ਨੇ ਉਹਨਾਂ ਨੂੰ ਆਪਣਾ ਐਡਵਾਈਜ਼ਰ ਬਣਾ ਲਿਆ ਕਿਉਂਕਿ ਉਹ ਬੜੇ ਤਕੜੇ ਪਹਿਲਾਂ, ਕਿਉਂਕਿ ਉਹ ਉਮੀਦਵਾਰ ਸਨ ਬਕਾਇਦਾ ਤੌਰ ਤੇ ਡੀਜੀਪੀ ਦੇ, ਤੇ ਡੀਜੀਪੀ ਦੇ ਉਮੀਦਵਾਰ ਹੋਣ ਕਰਕੇ ਉਹਨਾਂ ਨੂੰ ਡੀਜੀਪੀ ਨਹੀਂ ਬਣਾਇਆ ਗਿਆ। ਤਾਂ ਉਹ ਅੰਦਰ ਖਾਤੇ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਵੀ ਸਨ। ਜੇ ਨਾਰਾਜ਼ ਸੀ ਤੇ ਹੁਣ ਸਲਾਹਕਾਰ ਬਣ ਗਏ। ਪਹਿਲਾਂ ਕੰਸੈਂਟ ਦੇ ਦਿੱਤੀ ਵੀ ਭਾਈ ਠੀਕ ਆ, ਮੈਂ ਤੁਹਾਡੀ ਸਲਾਹਕਾਰ ਬਣ ਜਾਊਗਾ। ਮੁੜ ਕੇ ਕੰਸੈਂਟ ਵਾਪਸ ਕਿਉਂ ਲਈ? ਵਾਪਸ ਇਹ ਕਰਕੇ ਲਈ ਤੇ ਉੱਪਰੋਂ ਆ ਗਿਆ ਉਹਨਾਂ ਸੁਣਿਆ ਭਾਈ ਮੈਂ ਆਪਣੇ ਮੰਤਰੀ ਮੰਡਲ ਤੇ ਫੇਰ ਬਦਲ ਕਰਨੀ ਆ ਤੇ ਤੁਹਾਡਾ ਕੀ ਇਰਾਦਾ ਦੱਸ ਦਿਓ। ਤੇ ਫਿਰ ਇਹੀ ਗੱਲ ਦਾ ਮੁਹੰਮਦ ਮੁਸਤਫਾ ਸਾਹਿਬ ਕੋਲੇ ਕੋਈ ਰਸਤਾ ਨਹੀਂ ਸੀ ਲੈ ਗਿਆ। ਉਹਨਾਂ ਕਿਹਾ ਜੀ ਮੈਂ ਸਿਆਸਤ ਵਿੱਚ ਨਹੀਂ ਆਉਣਾ ਚਾਹੁੰਦਾ।
ਇੱਕ ਬਹਾਨਾ ਵਾ। ਆਪਣੀ ਪਤਨੀ ਦੀ ਜਿਹੜੀ ਚੋਣ ਮੁਹਿੰਮ ਆ ਮੁਹੰਮਦ ਮੁਸਤਫਾ ਨੇ ਆਪਣੇ ਲੈਵਲ ਤੇ ਲੜੀ ਸੀ, ਆਪਣੇ ਲੈਵਲ ਤੇ ਮੁਹਿੰਮ ਚਲਾਈ ਸੀ। ਅੱਜ ਕੱਲ ਵੀ ਉਹ ਕਾਫੀ ਸਰਗਰਮ ਨੇ ਇਹਦੇ ਵਿੱਚ, ਆਉਂਦੇ ਰਿਟਾਇਰ ਹੋਏ ਨੇ। ਤੇ ਜੇ ਹੁਣ ਕਹਿੰਦੇ ਵੀ ਮੈਂ ਸਿਆਸਤ 'ਚ ਨਹੀਂ ਆਉਣਾ ਚਾਹੁੰਦਾ ਇਸ ਤਰੀਕੇ ਨਾਲ, ਉਹਦਾ ਕਾਰਨ ਸਿਰਫ ਇਹ ਆ ਵੀ ਕੈਪਟਨ ਸਾਹਿਬ ਦਾ ਸੁਨੇਹਾ ਮਿਲ ਗਿਆ ਵੀ ਭਾਈ ਜੇ ਮੰਤਰੀ ਮੰਡਲ ਤਬਦੀਲੀ ਕੀਤੀ ਤੇ ਤੁਹਾਡੀ ਫਿਰ ਜਿਹੜੀ ਟਰਾਂਸਪੋਰਟ ਉਹ ਜਾਮ ਹੋ ਸਕਦੀ ਆ, ਤੇ ਉਹਦੇ ਤੇ ਫਿਰ ਉਹਦਾ ਟਰਾਂਸਪੋਰਟ ਜਾਮ ਹੋਣ ਤੋਂ ਬਚਾਉਣ ਵਾਸਤੇ ਕਹਿਤਾ ਵੀ ਮੈਨੂੰ ਮਨਜ਼ੂਰ ਨਹੀਂ ਸੀ। ਦੂਜੀ ਗੱਲ ਕਰਦੇ ਆ ਡਾਕਟਰ ਪਿਆਰੇ ਲਾਲ ਗਰਗ ਦੀ ਜੀ। ਡਾਕਟਰ ਪਿਆਰੇ ਲਾਲ ਗਰਗ ਨੇ ਇੰਨੀ ਗੱਲ ਕਹੀ ਹੈ ਵੀ ਮੈਂ ਨਾ ਕਾਂਗਰਸ ਜੁਆਇਨ ਕੀਤੀ ਆ ਨਾ ਕਰਨੀ, ਮੈਂ ਕਿਸੇ ਪਾਰਟੀ 'ਚ ਨਹੀਂ, ਮੈਂ ਸਮਾਜ ਸੇਵੀ ਆ, ਸਮਾਜ ਸੇਵੀ ਰਹੂੰਗਾ। ਸਿੱਧੂ ਸਾਹਿਬ ਅੱਛੇ ਇਨਸਾਨ ਨੇ, ਉਹਨਾਂ ਦੀਆਂ ਨੀਤੀਆਂ ਜਿਹੜੀਆਂ ਉਹ ਮੁੱਦਿਆਂ ਦੇ ਆਧਾਰ ਤੇ ਨੇ ਕਿ ਮੁੱਦਿਆਂ ਦੇ ਆਧਾਰ ਤੇ ਜੰਗ ਲੜੀ ਜਾਵੇ, ਨਾ ਕਿ ਬਹਾਨੇਬਾਜ਼ੀਆਂ ਕੀਤੀਆਂ ਜਾਣ। ਇਸ ਕਰਕੇ ਜਦੋਂ ਵੀ ਮੈਨੂੰ ਕੋਈ ਉਹ ਸਲਾਹ ਪੁੱਛਣਗੇ ਮੈਂ ਸਲਾਹ ਜ਼ਰੂਰ ਦੇਵਾਂਗਾ। ਨਾ ਮੈਨੂੰ ਕਿਸੇ ਗੱਡੀ ਦੀ ਲੋੜ ਆ, ਨਾ ਮੈਨੂੰ ਕਿਸੇ ਬੰਦੇ ਦੀ ਲੋੜ ਆ, ਨਾ ਮੈਨੂੰ ਕਿਸੇ ਦਫ਼ਤਰ ਦੀ ਲੋੜ। ਜਦੋਂ ਬੁਲਾਉਣ ਕੇ ਮੈਂ ਜਾਊਂਗਾ ਤੇ ਆਪਣਾ ਪੱਖ ਪੇਸ਼ ਕੇ ਆਪਣੀ ਸਲਾਹ ਕਰਕੇ ਦੇ ਕੇ ਆ ਜਾਊਂਗਾ ਜੀ। ਅੱਗੇ ਚੱਲਦੇ ਮਾਲਵਿੰਦਰ ਸਿੰਘ ਮਾਲੀ ਜੀ। ਮਾਲਵਿੰਦਰ ਸਿੰਘ ਮਾਲੀ ਜਿਹੜੇ ਆ ਨਾ, ਇਹੋ ਜਿਹੇ ਕਲਾਕਾਰ ਬੰਦੇ ਨੇ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਉਹ ਨਕਸਲਾਈਟ ਮੂਵਮੈਂਟ 'ਚ ਫਸੇ ਆਏ। ਜਿਸ ਕਿਸੇ ਵੇਲੇ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਮੀਡੀਆ ਐਡਵਾਈਜ਼ਰ ਹੁੰਦੇ ਸੀ। ਮੀਡੀਆ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਉਹ ਵੇਖਦੇ ਸੀ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਉਹਨਾਂ ਨੂੰ ਮਾਸਟਰ ਲਵਾਇਆ ਸੀਗਾ, ਟੀਚਰ ਲਵਾਇਆ ਸੀਗਾ ਜੀ। ਟੌੜਾ ਸਾਹਿਬ ਚਲੇ ਗਏ ਤੇ ਕੈਪਟਨ ਸਾਹਿਬ ਦੇ ਵੇਲੇ ਫਿਰ ਉਹ ਕੈਪਟਨ ਸਾਹਿਬ ਦੇ ਐਡਵਾਈਜ਼ਰ ਰਹੇ, ਮੁੜ ਕੇ ਬਾਦਲ ਸਾਹਿਬ ਦੇ ਐਡਵਾਈਜ਼ਰ ਰਹੇ। ਜੇ ਕੈਪਟਨ ਸਾਹਿਬ ਨਾਲ ਵਿਗੜੀ ਤੇ ਹੁਣ ਦੂਜੇ ਪਾਸੇ ਆ ਗਏ ਨੇ, ਸਿੱਧੂ ਸਾਹਿਬ ਦੇ ਐਡਵਾਈਜ਼ਰ ਨੇ। ਗੱਲ ਕਰਨੀ ਆਉਂਦੀ ਆ, ਸਿਆਸਤ ਬਾਰੇ ਨੌਲੇਜ ਆ, ਕਿਸਾਨ ਮੋਰਚੇ ਤੇ ਕਾਫੀ ਟਿੱਪਣੀਆਂ ਕਰਦੇ ਰਹੇ ਨੇ। ਪਹਿਲਾਂ ਜਿਹੜਾ ਦੀਪ ਸਿੱਧੂ ਸੀ ਉਹਦੇ ਹੱਕ 'ਚ ਬੋਲੇ ਥੋੜਾ ਭਲਾ, ਲੇਕਿਨ ਮੁੜ ਕੇ ਜਿੰਨੀ ਕੁ ਉਹਨਾਂ ਦੀ ਇਹਨਾਂ ਨੇ ਤਸੱਲੀ ਕਰਾਈ ਸੀ ਉਹ ਤੇ ਬੜੀ ਇਹਨਾਂ ਤੇ ਬੜੀ ਟੌਟਿੰਗ ਹੁੰਦੀ ਰਹੀ, ਬੜੀ ਇਹਨਾਂ ਖਿਲਾਫ ਕਮੈਂਟ ਪੈਂਦੇ ਰਹੇ, ਲੇਕਿਨ ਉਹਨਾਂ ਆਪਣਾ ਕੰਮ ਜਾਰੀ ਰੱਖਿਆ। ਅੱਗੇ ਉਹਨੇ ਜੀ ਆਪਾਂ ਡਾਕਟਰ ਅਮਰ ਸਿੰਘ ਬੋਲੇ। ਡਾਕਟਰ ਅਮਰ ਸਿੰਘ ਜਿਹੜੀ ਪੰਜਾਬ ਤੋਂ ਬਾਹਰ ਜਿਹੜੇ ਸੀ ਉਹ IAS ਅਫਸਰ ਹੈ, ਉੱਥੋਂ ਆ ਕੇ ਸਿਆਸਤ 'ਚ ਆ ਕੇ ਇਲੈਕਸ਼ਨ ਲੜੀ, ਇਲੈਕਸ਼ਨ ਜਿੱਤ ਗਏ। ਉਹ ਸਿੱਧੂ ਸਾਹਿਬ ਨੂੰ ਇਹੀ ਤਿਗੜਬਾਜ਼ੀਆਂ ਜਿਹੜੀਆਂ ਸਿਆਸਤ ਦੀਆਂ ਨਹੀਂ ਦੱਸ ਸਕਦੇ, ਲੇਕਿਨ ਅਫੀਸ਼ੀਅਲ ਤੌਰ ਤੇ ਦੱਸ ਸਕਦੇ ਆ ਵੀ ਕਿਵੇਂ ਕੰਮ ਚੱਲਦੇ ਨੇ ਦਫ਼ਤਰੀ ਕੰਮ ਦੇ। ਇਸ ਕਰਕੇ ਇਹ ਚਾਰੇ ਜਿਹੜੇ ਸਲਾਹਕਾਰ ਸੀ ਕਿ ਉਹਨਾਂ 'ਚ ਇੱਕ ਚਲੇ ਗਏ ਨੇ। ਹੁਣ ਸਿੱਧੂ ਸਾਹਿਬ ਨੂੰ ਕੰਮ ਜਿਹੜਾ ਆਪਣੇ 3 ਸਲਾਹਕਾਰ ਸਾਰਨਾ ਪਊਗਾ, ਉਹਨਾਂ ਸਾਰਿਆਂ ਦਾ ਆਪਾਂ ਲੇਖਾ ਜੋਖਾ ਕਰ ਲਿਆ ਜੀ। ਤੇ ਪੱਟੀ ਸਾਹਿਬ, ਜਦੋਂ ਸਮੇਧ ਸੈਣੀ ਦੀ ਗੱਲ ਆਉਂਦੀ ਆ ਤੇ ਉਧਰੋਂ ਹਮੇਸ਼ਾ ਇੱਕ ਉਮੀਦ ਜੀ ਵੱਜਦੀ ਆ ਕਿ ਸ਼ਾਇਦ ਹੁਣ ਕੋਈ ਇਨਸਾਫ ਮਿਲੇਗਾ, ਕੋਈ ਸਜ਼ਾ ਉਹਨੂੰ ਮਿਲੇਗੀ, ਪਰ ਹਾਈ ਕੋਰਟ ਨੂੰ ਪਤਾ ਨਹੀਂ ਉਹਦੇ ਤੇ ਕਿਉਂ ਤਰਸ ਆ ਜਾਂਦਾ। ਅੰਤਰਿਮ ਜ਼ਮਾਨਤ ਵੀ ਦੇ ਦਿੱਤੀ ਆ ਤੇ ਵਿਜੀਲੈਂਸ ਨੂੰ ਬੜਾ ਵੱਡਾ ਜਿਹੜਾ ਝਟਕਾ ਮਿਲਿਆ। ਸੋ ਇਹਦੇ ਬਾਰੇ ਦੱਸੋ ਕਿ ਹੁਣ ਹਾਈ ਕੋਰਟ ਨੇ ਉਹਨੂੰ ਰਾਹਤ ਕਿਹੜੀ ਗੱਲ ਦੀ ਦੇਤੀ, ਕਿਹੜੇ ਕੇਸ 'ਚੋਂ ਜ਼ਮਾਨਤ ਮਿਲ ਗਈ ਹੈ? ਜਿੱਥੋਂ ਤੱਕ ਸਮੇਧ ਸਿੰਘ ਸੈਣੀ ਦੀ ਗੱਲ ਆ ਜੀ, ਉਹ ਉਸ ਸਰਕਾਰ ਦੇ ਥੋੜੇ ਦਾ ਦਸਤਾ ਵਾ ਜਿਸ ਸਰਕਾਰ ਨੇ ਪਿਛਲੇ ਸਮੇਂ 'ਚ ਪੰਜਾਬ ਦੇ ਵਿੱਚ ਜਿਹੜੀ ਸਾਡੀ ਨੌਜਵਾਨੀ ਦਾ ਡਟ ਕੇ ਘਾਣ ਕੀਤਾ ਜੀ, ਰੱਜ ਕੇ ਘਾਣ ਕੀਤਾ। ਤੇ ਜਦੋਂ ਹਥੌੜੇ ਦਾ ਦਸਤਾ ਇਸ ਤਰ੍ਹਾਂ ਦਾ ਹੋਵੇ ਤੇ ਉਹਦਾ ਫਿਰ ਬਚਾਅ ਤੇ ਸਰਕਾਰਾਂ ਕਰਦੀਆਂ ਹੁੰਦੀਆਂ ਨੇ। ਬਿਲਕੁਲ ਜੀ। ਉਹਨਾਂ ਦੇ ਖਿਲਾਫ ਬਕਾਇਦਾ ਤੌਰ ਤੇ 5 ਕਤਲ ਕੱਦ ਤੇ ਲਿਖੇ ਨੇ। 5 ਕਤਲ ਕੱਦ ਦੇ ਲਿਖੇ ਹੋਣ ਤੋਂ ਬਾਅਦ ਉਹਨਾਂ ਦੀ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਹੈ। ਸਿਆਪਾ ਇੱਥੋਂ ਪਿਆ ਵੀ ਜਿਹੜੀ ਕੋਠੀ 'ਚ ਇਹ ਰਹਿੰਦੇ ਨੇ ਉਸ ਕੋਠੀ ਦਾ ਕਹਿੰਦੇ ਮੈਂ 2.5 ਲੱਖ ਰੁਪਇਆ ਕਿਰਾਇਆ ਦਿੰਦਾ ਵਾ। ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ ਤੇ ਉਹ ਇੱਕ ਐਕਸ਼ਨ ਉਹਦੇ ਫਾਦਰ ਦੇ ਨਾਂ ਤੇ ਕੋਠੀ ਆ, ਲੇਕਿਨ ਉਹਦੇ ਵਿੱਚ ਇਹਨਾਂ ਦਾ ਬਕਾਇਦਾ ਤੌਰ ਤੇ ਇੱਕ ਐਗਰੀਮੈਂਟ ਹੋਇਆ ਸੁਰਿੰਦਰ ਸਿੰਘ ਦੇ ਵਿੱਚ ਤੇ ਸੈਣੀ ਦੇ ਵਿੱਚ। ਜੇ 2.5 ਲੱਖ ਰੁਪਇਆ ਤੁਸੀਂ ਸ਼ੱਕ ਕਿੱਥੋਂ ਪੈਦਾ ਹੋ ਜਾਂਦਾ?
ਜੇ 2.5 ਲੱਖ ਰੁਪਏ ਤੁਸੀਂ ਬਕਾਇਦਾ ਤੌਰ ਤੇ ਕਿਰਾਇਆ ਦੇ ਦਿਓ ਤਾਂ ਤੁਹਾਡੀ 1.5 ਲੱਖ ਤੋਂ ਤਾਂ ਪੈਨਸ਼ਨ ਨਹੀਂ ਹੋਣੀ, ਬਾਕੀ ਲੱਖ ਰੁਪਏ ਕਿੱਥੋਂ ਆਉਂਦਾ? ਉਸ ਚੀਜ਼ ਦਾ ਸਾਰਾ ਲੇਖਾ ਜੋਖਾ ਕਰਕੇ ਤੇ ਵਿਜੀਲੈਂਸ ਨੇ ਇੱਕ ਕੇਸ ਦਰਜ ਕੀਤਾ ਸੀ ਇਹਨਾਂ ਦੇ ਖਿਲਾਫ ਅਸਾਸਿਆ ਤੋਂ ਵੱਧ ਜਾਇਦਾਦ ਬਣਾਉਣ ਦਾ। ਉਹਦੇ ਵਿੱਚ ਬਕਾਇਦਾ ਤੌਰ ਤੇ ਵਿਜੀਲੈਂਸ ਨੇ ਰੇਡ ਵੀ ਕੀਤਾ। 2 ਘੰਟੇ ਇਹਨਾਂ ਦੀ ਸਿਕਿਉਰਿਟੀ ਨੇ ਵਿਜੀਲੈਂਸ ਨੂੰ ਇਹਨਾਂ ਦੀ ਕੋਠੀ ਦੇ ਅੰਦਰ ਨਹੀਂ ਜਾਣ ਦਿੱਤਾ। ਇਸ ਕਰਕੇ ਜਿਹੜੇ ਸੈਣੀ ਸੀ ਮਿਸਟਰ ਸੈਣੀ, ਇਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਹੋਣ ਕਰਕੇ ਇਹਨਾਂ ਦੇ ਛਾਪੇਮਾਰੀ ਹੋ ਰਹੀ ਸੀ ਤੇ ਇਹਨਾਂ ਨੇ ਫਿਰ ਆਪਣੀ ਬੇਲ ਅਪਲਾਈ ਕੀਤੀ ਸੀ ਸੈਸ਼ਨ ਕੋਰਟ ਦੇ ਵਿੱਚ। ਸੈਸ਼ਨ ਕੋਰਟ ਨੇ ਬਕਾਇਦਾ ਤੌਰ ਤੇ ਇਸ ਖਾਤੇ 'ਚ ਉਹਨਾਂ ਦੀ ਬੇਲ ਰਿਜੈਕਟ ਕਰ ਦਿੱਤੀ। ਹਾਈ ਕੋਰਟ 'ਚ ਗਏ। ਆਪਾਂ ਪਹਿਲਾਂ ਵੀ ਕਿਹਾ ਸੀ ਵੀ ਅੱਗੇ ਵੀ 3 ਕੇਸਾਂ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਤੇ ਇਸ ਕੇਸ ਤੋਂ ਵੀ ਹਾਈ ਕੋਰਟ 'ਚ ਜ਼ਮਾਨਤ ਮਿਲਦੇ ਬੜੇ ਚਾਂਸ ਨੇ। ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਜੀ। ਮਾਮੂਲ ਕੇਸ ਕੋਈ 420 ਦਾ ਹੋਵੇ ਜਾਂ ਕੋਈ ਹੋਰ ਮਾੜਾ ਮੋਟਾ 326 ਦਾ ਹੋਵੇ ਤੇ ਹਾਈ ਕੋਰਟ ਜਿਹੜੀ ਫਾਈਲ ਹੈ 200 ਦਿਨ ਚੁੱਕੇ ਇਤਨੀ ਬੇਲ ਮਿਲਣੀ ਤਾਂ। ਲੇਕਿਨ ਇਹੋ ਜਿਹੇ ਕੇਸ ਦੇ ਵਿੱਚ ਜਿਹਦੇ ਵਿੱਚ ਵਿਜੀਲੈਂਸ ਕਹਿੰਦੀ ਆ ਕਿ ਇਹਦੀਆਂ ਦੀਆਂ 5 ਸਟੇਟਾਂ ਦੇ ਵਿੱਚ 77 ਪ੍ਰਾਪਰਟੀਆਂ ਨੇ, ਅਰਬਾਂ ਖਰਬਾਂ ਦੀ ਪ੍ਰਾਪਰਟੀ ਹੈ, ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। 8 ਟੀਮਾਂ ਬਣਾ ਕੇ ਛਾਪੇਮਾਰੀ ਕਰ ਰਹੇ ਹਾਂ। ਵਿਜੀਲੈਂਸ ਨੂੰ ਵੀ ਪਤਾ ਪਰ ਸੈਣੀ ਕਿੱਥੇ ਆ, ਸੈਣੀ ਨੂੰ ਵੀ ਪਤਾ ਵਿਜੀਲੈਂਸ ਕੀ ਕਰ ਰਹੀ ਹੈ। ਇਸ ਕਰਕੇ ਜਿਹੜੀਆਂ ਸਰਕਾਰਾਂ ਨੇ ਆਪਣੇ ਥੋੜੇ ਦਾ ਹੱਥਾ ਬਣਾਇਆ ਹੋਇਆ, ਉਹਨਾਂ ਨੂੰ ਦਸਤਾ ਬਣਾਇਆ ਹੋਵੇ, ਉਹ ਕਿਵੇਂ ਕਹਿਣਗੇ ਵੀ ਇਹ ਕਿਸੇ ਤਰੀਕੇ ਨਾਲ ਫਸਲ? ਉਹ ਆਖਰੀ ਦਮ ਤੱਕ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਨਗੀਆਂ। ਹੁਣ ਇਹਨਾਂ ਨੂੰ ਫਿਰ ਬੇਲ ਮਿਲ ਗਈ ਆ ਤੇ ਨਾਲ ਕਹਿ ਦਿੱਤਾ ਕਿ ਵਿਦਨ ਏ ਵੀਕ ਤੁਸੀਂ ਬਕਾਇਦਾ ਤੌਰ ਤੇ ਵਿਜੀਲੈਂਸ ਨੂੰ ਪੇਸ਼ ਹੋ ਕੇ ਆਪਣੇ ਬਿਆਨ ਰਿਕਾਰਡ ਕਰਾਓ, ਸ਼ਾਮਲ ਤਫਤੀਸ਼ ਹੋ। ਉਹਦੇ ਵਿੱਚ ਇੱਕੋ ਰਸਤਾ ਹੁੰਦਾ ਵਾ ਪੁਲਿਸ ਦੇ ਕੋਲੇ। ਪੁਲਿਸ ਕਹਿ ਦਿੰਦੀ ਕੋਰਟ ਨੂੰ ਜਾ ਕੇ ਇਹ ਸਾਨੂੰ ਸਹਿਯੋਗ ਨਹੀਂ ਕਰ ਰਿਹਾ ਜੀ ਇਨਵੈਸਟੀਗੇਸ਼ਨ ਦੇ ਵਿੱਚ। ਉਹਦੇ ਵਿੱਚ ਕੋਰਟ ਦੀ ਮਰਜ਼ੀ ਆ ਕਿ ਉਹਨਾਂ ਨੂੰ ਹੋਰ ਮੌਕਾ ਦੇਵੇ ਵੀ ਦੁਬਾਰਾ ਫਿਰ ਤੁਸੀਂ ਜਾਓ ਜੀ ਇੱਕ ਵਾਰੀ ਜੀ, ਜਾਂ ਦੀ ਮਰਜ਼ੀ ਆ ਉਹ ਕਹਿ ਦੇਵੇ ਵੀ ਤੁਸੀਂ ਇਹਨੂੰ ਅਰੈਸਟ ਕਰ ਲਓ ਤੇ ਇਹਦੀ ਇੰਟਰੋਗੇਸ਼ਨ ਕਰਕੇ ਪੁੱਛ ਪੜਤਾਲ ਕਰੋ। ਜੇ ਕੋਰਟ ਇੰਟਰੋਗੇਸ਼ਨ ਦੀ ਆਗਿਆ ਦੇ ਦਿੰਦੀ ਆ ਤੇ ਫਿਰ ਪੜਦੇ ਕਈ ਹੋਰ ਹੀ ਉਗੜ ਸਕਦੇ ਆ, ਜਾਇਦਾਦਾਂ ਵੀ ਬਾਹਰ ਆ ਜਾਣਗੀਆਂ। ਲੇਕਿਨ ਇੰਜ ਹੁੰਦਾ ਲੱਗਦਾ ਦਿਸਦਾ ਨਹੀਂ, ਕਿਉਂਕਿ ਸੈਣੀ ਕੇਸ ਜਿਹੜਾ ਵਾ, ਜੋ ਸੈਣੀ ਕੇਸ ਲੁਧਿਆਣੇ ਵਾਲਾ ਕੇਸ ਦਾ 2 ਬੰਦੇ ਮਾਰੇ ਸੀਗੇ, ਉਹਨਾਂ ਦੀ ਮਾਂ ਵਿਚਾਰੀ ਜਿਹੜੀ ਇਸ ਦੁਨੀਆ ਤੋਂ ਪਰਲੋਕ ਸੁਧਾਰ ਗਈ ਹੈ ਵੀ ਮੇਰੇ ਬੱਚਿਆਂ ਨੂੰ ਇਨਸਾਫ ਮਿਲੂਗਾ। ਉਹਨਾਂ ਦਾ ਭਰਾ ਲੱਗਾ, ਲੇਕਿਨ ਸੁਪਰੀਮ ਕੋਰਟ 'ਚ ਕੇਸ ਅਜੇ ਵੀ ਪੈਂਡਿੰਗ ਆ। ਜਾਂ ਤੇ ਸੀਬੀਆਈ ਪੁੱਟਾਪੀ ਕਰਦੀ ਜਾਂ ਸੀਬੀਆਈ ਤੇ ਦਬਾਅ ਵੀ ਭਾਈ ਤੁਸੀਂ ਜੇ ਲਮਕਾਈ ਜੋ ਕੋਈ ਗੱਲ ਨਹੀਂ। ਇਸ ਕਰਕੇ ਇਸ ਕੇਸ ਦੇ ਵਿੱਚ ਲੱਗਦਾ ਵੀ ਬਣਨਾ ਕੁਛ ਨਹੀਂ, ਹਾਈਫਾਈ ਕੇਸ ਨੇ, ਏਦਾਂ ਹੀ ਲਟਕਦੇ ਲੁਟਕਦੇ ਰਹਿਣਗੇ ਜਿੰਨਾ ਚਿਰ ਕੋਈ ਇਰਾਦਨ ਸਰਕਾਰ ਕੰਮ ਨਹੀਂ ਕਰਦੀ ਸੈਣੀ ਦੇ ਖਿਲਾਫ, ਉਹਨਾਂ ਚਿਰ ਕੁਛ ਨਹੀਂ ਸਕਦਾ ਜੀ। ਤੇ ਪੱਟੀ ਸਾਹਿਬ, ਚੜੂਨੀ ਸਾਹਿਬ ਨੇ ਕਹਿੰਦੇ ਜਿਹੜਾ ਹੁਣ ਸੰਭਾਵੀ ਮੁੱਖ ਮੰਤਰੀ ਹੋਣ ਦਾ ਦਾਵਾ ਛੱਡਿਆ ਆ ਤੇ ਕਹਿੰਦੇ ਕੋਈ ਸਿਆਸੀ ਪਾਰਟੀ ਨਹੀਂ ਬਣਨੀ ਆ, ਸੰਯੁਕਤ ਮੋਰਚੇ ਨੂੰ ਸਮਰਪਿਤ ਹੋ ਕੇ ਰਹਿਣ ਬਾਰੇ ਕਿਹਾ ਆ ਉਹਨਾਂ ਨੇ। ਤੁਸੀਂ 3 ਵਾਰੀ ਚੜੂਨੀ ਸਾਹਿਬ ਨੂੰ ਕਿਹਾ ਕਿ ਸਾਡੇ ਟੀਵੀ ਤੇ ਆਓ ਜੀ, ਨਹੀਂ ਜਿਆਦੀ ਵਾਰੀ ਕਿਹਾ ਸੀ ਜੀ, ਮੇਰੇ ਖਿਆਲ 5-6 ਵਾਰੀ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ। ਉਹਨਾਂ ਨੇ ਕਮਿਟਡ ਕੀਤਾ ਸੀ ਕਿ ਮੈਂ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰੂੰ। ਲਾਸਟ ਮਿੰਟ ਤੇ ਆ ਕੇ ਉਹਨੇ ਜਵਾਬ ਦੇ ਦਿੱਤਾ ਸੀ। ਉਹ ਤੁਹਾਡੇ ਟੀਵੀ ਤੇ ਕਿਉਂ ਆਉਣਗੇ? ਇਸ ਟੀਵੀ ਨੇ ਇਹ ਗੱਲ ਕਹੀ ਸੀ ਵੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਸੰਯੁਕਤ ਮੋਰਚੇ ਨਾਲ ਜਿਹੜੇ ਗਦਾਰੀ ਕਰੇਗਾ ਉਹਨੂੰ ਗਦਾਰ ਦਾ ਲਕਬ ਮਿਲੇਗਾ ਜੀ, ਬਿਲਕੁਲ ਪੁੱਤਰਿਆਂ ਤੱਕ ਜਾਏਗਾ, ਜੱਦੀ ਪੁਸ਼ਤੀ ਲਕਬ ਨਾਲ ਰਹੇਗਾ। ਅੱਜ ਤੱਕ ਮਜੀਠੀਆਂ ਦੀ 1919 ਦੀ ਗੱਲ ਹੈ ਤੇ 2019 ਵੀ ਲੰਘ ਗਿਆ ਤੇ 2021 ਲੰਘ ਆ ਗਿਆ, 102 ਸਾਲ ਹੋ ਗਏ ਆ। ਤੇ ਜਿਹੜੀ ਉਹਨਾਂ ਦੇ ਪੜਦਾਦੇ ਨੇ ਰੋਟੀ ਖਵਾਈ ਸੀ ਜਨਰਲ ਡਾਇਰ ਨੂੰ ਤੇ ਵਿਦੇਸ਼ੀ ਵਿਸਕੀ ਪਈ ਸੀ ਤੇ ਅੱਜ ਤੱਕ ਵੀ ਉਹ ਗੂੰਜਦੀ ਆ। ਇਸ ਕਰਕੇ ਚੜੂਨੀ ਸਾਹਿਬ ਦੇਰ ਆਏ ਦਰੁਸਤ ਆਏ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ, ਉਹਨੂੰ ਭੁੱਲਿਆ ਨਹੀਂ ਕਹੀਦਾ ਜੀ। ਉਹਨੇ ਕਹਿ ਦਿੱਤਾ ਵੀ ਨਾ ਮੈਂ ਕੋਈ ਪਾਰਟੀ ਬਣਾਉਣੀ ਹੈ, ਨਾ ਕੋਈ ਮੈਂ ਇਲੈਕਸ਼ਨ ਲੜਨੀ ਹੈ। ਮੈਂ ਸੰਯੁਕਤ ਕਿਸਾਨ ਮੋਰਚੇ ਨੂੰ ਪਹਿਲਾਂ ਵੀ ਸਮਰਪਿਤ ਸਾਂ ਤੇ ਅੱਜ ਵੀ ਸਮਰਪਿਤ ਹਾਂ। ਜਿਹੜਾ ਪਿਪਲੀ ਸਾਹਿਬ ਤੋਂ ਅਸੀਂ ਮਾਰਚ ਕਰਨਾ ਉਹ ਜ਼ਰੂਰ ਕਰਾਂਗੇ ਕਿ ਉਹ ਹੈ ਹੀ ਕਿਸਾਨਾਂ ਵਾਸਤੇ ਜੀ। ਇਸ ਕਰਕੇ ਚੜੂਨੀ ਸਾਹਿਬ ਦੇ ਜਿੰਨੇ ਕੁ ਲੋਕਾਂ ਨੇ ਕਮੈਂਟ ਪਾਏ ਸੀਗੇ
ਚੁਗਣ ਚੁਗਨੀ ਸਾਹਿਬ ਚੰਗੇ ਰਹਿ ਗਏ ਆ, ਵਾਪਸ ਘਰ ਨੂੰ ਮੁੜ ਆਏ ਆ। ਜੇ ਨਾ ਮੁੜਦੇ ਤੇ ਲੋਕਾਂ ਦੇ ਧੱਕੇ ਮਾਰ ਕੇ ਇੰਨਾ ਘਰੋਬਾਰ ਕੱਢ ਉਹਨੂੰ ਕਿ ਘਰ ਹੀ ਲੱਭਣਾ ਕਿੱਥੇ ਕਿੱਥੇ ਨਹੀਂ ਹੈਗਾ ਜੀ। ਜੀ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਅਕਾਲ ਤਖਤ ਤੇ ਸਕੱਤਰੇਤ ਵਿਖੇ ਨਾਨਕ ਮੱਤੇ ਗੁਰਦੁਆਰੇ ਦੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਜਥੇਦਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਬਗਾਵਤ ਕਰ ਦਿੱਤੀ, ਕੀ ਹੋਇਆ ਬਗਾਵਤ ਕਰਨ ਤੋਂ ਬਾਅਦ? ਬੜੇ ਅਫਸੋਸ ਦੀ ਗੱਲ ਹੈ ਜੀ। ਜਥੇਦਾਰ ਅਕਾਲ ਤਖਤ, ਸਿੱਖ ਪੰਥ ਦੇ ਵਿੱਚ ਜਥੇਦਾਰ ਅਕਾਲ ਤਖਤ ਦੀ ਬੜੀ ਮਹੱਤਤਾ, ਪਰ ਜਥੇਦਾਰ ਹੋਵੇ। ਮੈਂ ਥੋੜਾ ਜਿਹਾ ਪਿਛੋਕੜ ਜ਼ਰੂਰ ਜਾਊਂਗਾ। ਹੈਦਰਾਬਾਦ ਦੇ ਨਿਜ਼ਾਮ ਨੂੰ ਜਦੋਂ ਅੰਗਰੇਜ਼ਾਂ ਨੇ ਇੰਨਾ ਕੁ ਟਾਈਟ ਕਰ ਦਿੱਤਾ ਤੇ ਦੇਸ਼ ਨੇ ਕਾਹਦਾ ਦੇ ਦਿੱਤਾ, ਉਹ ਲਾਗਲੀ ਦੀਆਂ ਸਟੇਟਾਂ ਸਾਰੀਆਂ ਕੋਲੋਂ ਗਿਆ ਵੀ ਮੇਰੀ ਮਦਦ ਕੀਤੀ ਜਾਵੇ। ਉਹ ਨੇਪਾਲ 'ਚ ਵੀ ਗਿਆ, ਕਿਸੇ ਨੇ ਵੀ ਬਾਂਹ ਨਹੀਂ ਫੜੀ। ਉਹ ਮਹਾਰਾਜਾ ਰਣਜੀਤ ਸਿੰਘ ਕੋਲ ਵੀ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਨਹੀਂ ਵੀ ਮੇਰੇ ਬੜੇ ਸੁਣ ਚੰਗੇ ਸੰਬੰਧ ਅੰਗਰੇਜ਼ਾਂ ਨਾਲ, ਮੈਂ ਨਹੀਂ ਵਿਗਾੜਨੇ। ਉਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੂੰ ਫਰਿਆਦ ਆਪਣੀ ਲੈ ਕੇ ਅਕਾਲ ਤਖਤ ਦੇ ਜਥੇਦਾਰ ਕੋਲ ਜਾ। ਉਹ ਅਕਾਲ ਤਖਤ ਤੇ ਆਇਆ ਤੇ ਉਹ ਜਥੇਦਾਰ ਨੇ ਕਹਿ ਦਿੱਤਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਭੇਜਤਾ ਵੀ ਇਹਨੂੰ ਪਨਾਹ ਦਿੱਤੀ ਜਾਵੇ। ਜਥੇਦਾਰ ਦੇ ਆਦੇਸ਼ ਤੇ ਇੱਕ ਬਾਗੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ 'ਚ ਪਨਾਹ ਦਿੱਤੀ ਸੀ। ਜਥੇਦਾਰ ਦੇ ਸੀ ਕਿ ਜਥੇਦਾਰ ਸੀ ਕੋ। ਜਦੋਂ ਅੰਗਰੇਜ਼ਾਂ ਨੇ ਪੁੱਛਿਆ ਮਹਾਰਾਜ ਜੀ ਇਹ ਕੀ ਕੀਤਾ ਤੁਸੀਂ, ਇਹ ਤਾਂ ਸਾਡਾ ਬਾਗੀ ਹੈ। ਉਹ ਕਹਿੰਦਾ ਨਹੀਂ, ਜਿਹੜੀ ਸਾਡੀ ਸੁਪਰਸਥਾਨ ਅਕਾਲ ਤਖਤ ਆ ਉਹਦੇ ਜਥੇਦਾਰ ਦਾ ਹੁਕਮ ਉਹ ਮੈਂ ਕਿਸੇ ਸੂਰਤ 'ਚ ਟਾਲ ਨਹੀਂ ਸਕਦਾ। ਮੈਂ ਪਹਿਲਾਂ ਕਹਿੰਦਾ ਜੇ ਜਥੇਦਾਰ ਹੋਵੇ ਤੇ ਜਦੋਂ ਜਥੇਦਾਰ ਦੇ ਦੋਹਰੇ ਤੇਰੇ ਮਾਪਦੰਡ ਹੋਣਗੇ ਤੇ ਫਿਰ ਕਿਉਂ ਨਹੀਂ ਲੋਕੀ ਬਗਾਵਤ ਕਰਨਗੇ ਜੀ। ਨਾਨਕ ਮੱਤਾ ਗੁਰਦੁਆਰੇ ਮੱਥਾ ਟੇਕਣ ਵਾਲੇ ਉੱਥੋਂ ਦਾ ਜਿਹੜਾ ਨਵਾਂ ਮੁੱਖ ਮੰਤਰੀ ਬਣਿਆ ਉੱਤਰਾਖੰਡ ਦਾ, ਉਹ ਆਇਆ ਗੁਰਦੁਆਰਾ ਕੰਪਲੈਕਸ ਦੇ ਵਿੱਚ ਬਾਹਰ ਪਾਰਕ ਦੇ ਵਿੱਚ ਉਹਨਾਂ ਨੇ ਕੁਝ ਨਾਚ ਗਾਣਾ ਕਰਾਇਆ ਲੜਕੀਆਂ ਕੋਲ। ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤੇ ਬਕਾਇਦਾ ਤੌਰ ਤੇ ਜਥੇਦਾਰ ਅਕਾਲ ਤਖਤ ਨੇ ਉਹਨਾਂ ਤੋਂ ਸਪਸ਼ਟੀਕਰਨ ਮੰਗ ਲਿਆ, ਕਮੇਟੀ ਬਣਾਤੀ ਵੀ ਗਲਤੀ ਕੀਤੀ ਹੈ। ਉਹ ਕਮੇਟੀ ਜਿਹੜੀ 5 ਮੈਂਬਰੀ ਕਮੇਟੀ ਸੀ, ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰੇ ਚਾਰੇ ਇੱਥੇ ਆ ਕੇ ਬੈਠੇ ਸੀ। ਪਰਸੋਂ ਦੇ ਜਥੇਦਾਰ ਗਿਆ ਸੀ ਸ਼੍ਰੀਨਗਰ ਤੇ ਉਹ ਅੱਜ ਆਇਆ। ਅੱਜ ਉਹ ਜਥੇਦਾਰ ਨੂੰ ਮਿਲੇ, ਜਦੋਂ ਮਿਲੇ ਤੇ ਜਥੇਦਾਰ ਦੀ ਬੋਲੀ ਹੈ ਬੜੀ ਖਰਵੀ। ਜਾਂ ਤਾਂ ਮਾਲਵੇ ਦੀ ਬੋਲੀ ਇਤਾਂ ਦੀ ਬੜਾ ਘਰੋੜ ਕੇ ਬੋਲਦਾ, ਲੱਗਦਾ ਉਹਨੂੰ ਬੜੇ ਗੁੱਸੇ ਨਾਲ ਬੋਲਦਾ ਜੀ। ਜਥੇਦਾਰ ਬੜਾ ਸੌਫਟ ਕਾਰਨਰ ਹੋਣਾ ਚਾਹੀਦਾ। ਹਾਲੀ ਗਿਆਨੀ ਗੁਰਬਚਨ ਸਿੰਘ ਜਿਹੜੀ ਭਾਸ਼ਾ ਸੀ ਬੜੀ ਸੌਫਟ ਸੀ, ਉਹ ਕਿਸੇ ਨੂੰ ਮਤਲਬ ਸਤਿਕਾਰ ਤੋਂ ਬਗੈਰ ਨਹੀਂ ਸੀ ਬਣਾਉਂਦੇ। ਹੁਣ ਜਥੇਦਾਰ ਨੇ ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜਿਹੜਾ ਸੀਗਾ ਉਹਨੂੰ ਕਹਿੰਦਾ ਤੂੰ ਪਿੱਛੇ ਕਿਉਂ ਕਹਿੰਦਾ ਨਹੀਂ ਤੇ ਨਵਾਂ ਚ ਗੱਲ ਕਰਾਂਗੇ। ਉਹ ਕਹਿੰਦਾ ਮੇਰਾ ਕਸੂਰ ਦੱਸੋ ਕੀ ਹੈ? ਕਹਿੰਦਾ ਤੂੰ ਦਾੜੀ ਰੰਗੀ ਆ। ਭਾਈ ਵੇਖੋ ਦਾੜੀ ਰੰਗੀ ਆ, ਅਗਲੇ ਨੂੰ ਸਤਿਕਾਰ ਕਰੋ। ਉਮਰ ਸ਼ਕਲ ਤੋਂ ਵੱਡਾ ਹੋਵੇ ਉਹਨੂੰ ਕਹੀ ਸਰਦਾਰ ਜੀ ਪਿੱਛੇ ਹੋ ਕੇ ਬੈਠ ਜਾਓ, ਤੁਹਾਡੇ ਨਾਲ ਬਾਅਦ ਚ ਗੱਲ ਕਰਦੇ ਅਸੀਂ, ਤੁਹਾਡੇ ਤੇ ਦੋਸ਼ ਹੋਰੇਗਾ, ਕੋਈ ਗੱਲ ਨਹੀਂ, ਬੈਠ ਜਾਓ ਤੁਸੀਂ, ਕੋਈ ਗੱਲ ਨਹੀਂ। ਇਹਨਾਂ ਦੀ ਉੱਥੇ ਤਤਕਾਰ ਹੋ ਗਈ ਤੇ ਉਹਨੇ ਮੀਟਿੰਗ ਜੀ ਕਹਿਤਾ ਜੀ ਮੈਂ ਚੱਲਿਆ, ਮੈਂ ਤੈਨੂੰ ਜਥੇਦਾਰ ਨਹੀਂ ਮੰਨਦਾ, ਤੂੰ ਇੱਕ ਧਿਰ ਦਾ ਜਥੇਦਾਰ ਹੈ, ਤੂੰ ਦਬਾ ਥੱਲੇ ਆ ਕੇ ਫੈਸਲੇ ਕਰਦਾ। ਬਾਅਦ ਦੇ ਵਿੱਚ ਉਹਨੇ ਮੀਡੀਆ ਨੂੰ ਕਹਿਤਾ ਮੇਰੀ 25 ਸਾਲ ਦੀ ਕੁਰਬਾਨੀ ਹੈ, ਮੈਂ ਪੰਥ ਵਾਸਤੇ 14 ਸਾਲ ਜੇਲ੍ਹ ਵੀ ਕੱਟੀ ਆ, ਇਹ ਮੈਨੂੰ ਕੀ ਇਨਸਾਫ ਦੇਊਗਾ? ਮੈਂ ਸੰਗਤ ਕੋਲ ਜਾ ਕੇ ਇਨਸਾਫ ਲਊਂਗਾ, ਮੈਂ ਗੁਨਾਹ ਕੀ ਕੀਤਾ, ਮੇਰਾ ਕੀ ਰੋਲ ਉਹਦੇ 'ਚ ਹੈਗਾ ਵਾ? ਉਹਨੇ ਕਿਹਾ ਜੀ ਮੈਂ ਇਹਨੂੰ ਜਥੇਦਾਰ ਨਹੀਂ ਮੰਨਦਾ, ਮੈਂ ਤਿਹਾੜ ਜੇਲ੍ਹ ਦੇ ਵਿੱਚ ਜਾਊਂਗਾ, ਸਰਬੱਤ ਖਾਲਸਾ ਦੇ ਜਥੇਦਾਰ ਕੋਲ ਜਾਊਂਗਾ, ਉਹਦੇ ਕੋਲ ਆਪਣੀ ਫਰਿਆਦ ਰੱਖੂੰਗਾ, ਜੋ ਉਹਨੂੰ ਹੁਕਮ ਬਣੂਗਾ ਮੈਂ ਕਰੂੰਗਾ ਜੀ। ਜਥੇਦਾਰ ਆਪਣਾ ਹੁਕਮ ਫਤਵਾ ਸੁਣਾਉਣ ਆ ਰਿਹਾ ਸੀ ਫਸੀਲ ਦੇ ਉੱਤੇ। ਸਾਡੀ ਇੱਕ ਮਰਿਆਦਾ ਜੀ, ਜਦੋਂ ਵੀ ਕਿਸੇ ਨੂੰ ਤਨਖਾਹ ਲਾਉਣੀ ਆ ਜਾਂ ਕੋਈ ਕਿਸੇ ਨੂੰ ਹੁਕਮ ਸੁਣਾਉਣਾ ਤੇ ਅਕਾਲ ਤਖਤ ਦੀ ਫਸੀਲ ਤੋਂ ਸੁਣਾਇਆ ਜਾਂਦਾ ਜੀ। ਫਸੀਲ ਕਿਹਨੂੰ ਕਹਿੰਦੇ ਸੀ? ਜਿੱਥੇ ਪਹਿਲਾਂ ਗੁਰੂ ਸਾਹਿਬ ਨੇ ਆਪਣੇ ਹੱਥਾਂ ਨਾਲ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਤੇ ਗੁਰੂ ਸਾਹਿਬ ਨੇ ਉਹ ਜਾਂ ਥੜਾ ਸਾਰਿਆ ਨਾ ਉੱਪਰ, ਉਹਦੇ ਉੱਪਰ ਜਿਹੜੀ ਬਣੀ ਆ ਜਗ੍ਹਾ ਬਣੀ ਉਹਨੂੰ ਫਸੀਲ ਕਹਿੰਦੇ ਸੀ। ਉਸ ਫਸੀਲ ਤੇ ਖਲੋ ਕੇ ਜਥੇਦਾਰ ਨੂੰ ਹੁਕਮ ਸੁਣਾਉਣਾ ਹੁੰਦਾ ਉੱਤੇ ਕਿ ਜਥੇਦਾਰ ਇੱਥੋਂ ਹੁਕਮ ਸੁਣਾਇਆ ਜੀ ਆਪਣਾ।
ਜਿਹੜਾ ਬਕਾਇਦਾ ਤੌਰ ਤੇ ਦੋਸ਼ੀ ਹੁੰਦਾ ਉਹਨੂੰ ਕਿਹਾ ਜਾਂਦਾ ਵੀ ਗਲ 'ਚ ਪੱਲਾ ਪਾ ਕੇ ਸਾਹਮਣੇ ਖੜ ਜਾ, ਬਾਕੀ ਸੰਗਤ ਬੈਠੀ ਰਹੇਗੀ। ਉਹਨੂੰ ਪੁੱਛਿਆ ਜਾਂਦਾ ਵੀ ਜੋ ਅਕਾਲ ਤਖਤ ਤੋਂ ਹੁਕਮ ਹੋਏਗਾ ਤੈਨੂੰ ਪ੍ਰਵਾਨ ਹੋਏਗਾ। ਉਹਦੀ ਪ੍ਰਵਾਨਗੀ ਤੋਂ ਬਾਅਦ ਜਥੇਦਾਰ ਬਕਾਇਦਾ ਤੌਰ ਤੇ ਆਪਣਾ ਹੁਕਮ ਸੁਣਾਉਂਦਾ, ਤਨਖਾਹ ਲਾਉਂਦਾ, ਜੋ ਕਰਨਾ ਉਹ ਕਰਦਾ ਵਾ। ਉਹ ਫਿਰ ਕਹਿੰਦਾ ਜੀ ਮੈਨੂੰ ਪ੍ਰਵਾਨ ਆ। ਉਹ ਪ੍ਰਵਾਨਗੀ ਤੋਂ ਬਾਅਦ ਆਪਣੀ ਉੱਥੇ ਆ ਕੇ ਅਰਦਾਸ ਕਰਦਾ ਤੇ ਮੁੜ ਕੇ ਆਪਣੀ ਜਿਹੜੀ ਤਨਖਾਹ ਲੱਗੀ ਹੁੰਦੀ ਸੇਵਾ ਸ਼ੁਰੂ ਕਰਦਾ। ਲੇਕਿਨ ਉਸ ਜਿਹੜਾ ਜਸਵਿੰਦਰ ਸਿੰਘ ਜੀ ਨੇ ਕਿਹਾ ਉਹਨੂੰ ਜਥੇਦਾਰ ਨਹੀਂ ਬਣਦਾ। ਮੈਂ ਥੋੜਾ ਜਿਹਾ ਹੋਰ ਪਿੱਛੇ ਚੱਲ ਜਾਂਦਾ ਜੀ। ਜਦੋਂ ਸਰਦਾਰ ਬੂਟਾ ਸਿੰਘ ਅਕਾਲ ਤਖਤ ਤੇ ਪੇਸ਼ ਹੋਏ ਨਾ ਤੇ ਚੰਦਰ ਸ਼ੇਖਰ ਉਦੋਂ ਸਾਬਕਾ ਪ੍ਰਧਾਨ ਮੰਤਰੀ ਬਣ ਗਏ ਸੀ। ਉਹਨਾਂ ਕਿਹਾ ਜੀ ਸਿੱਖ ਕਿੰਨੇ ਵਿੱਚ ਭਾਗੇ ਨੇ ਜਿਨ੍ਹਾਂ ਕੋਲ ਆਪਣੀ ਅਕਾਲ ਤਖਤ ਨਾਂ ਦੀ ਸੰਸਥਾ ਵਾ, ਜਿੱਥੇ ਆਪਣੇ ਝਗੜੇ ਬੈਠ ਕੇ ਆਪ ਨਿਬੇੜ ਲੈਂਦੇ। ਜੀ ਬਿਲਕੁਲ। ਸਾਡੇ ਕੋਲ ਵੀ ਇਹ ਸੰਸਥਾ ਹੁੰਦੀ। ਉਸ ਤੋਂ ਬਾਅਦ ਅਕਾਲ ਤਖਤ ਦੇ ਵਿਰੋਧੀਆਂ ਨੇ ਆਪਣੀਆਂ ਜਿਹੜੀਆਂ ਸੀ ਸਰਗਰਮੀਆਂ ਤੇਜ਼ ਕਰਤੀਆਂ ਸੀ। ਜਿਹੜਾ ਬੰਦਾ ਛੇਕਿਆ ਹੁੰਦਾ ਤੁਸੀਂ ਸਰਦਾਰ ਨਹੀਂ ਕਰ ਸਕਦੇ ਉਹਨੂੰ। ਉਦੋਂ ਗਿਆਨੀ ਕੇਵਲ ਸਿੰਘ ਨੇ ਸਰਦਾਰ ਬੂਟਾ ਸਿੰਘ ਕਹਿਤਾ ਸੀ, ਟੋਕਿਆ ਗਿਆ ਸੀ ਬਗੈਰ ਤੌਰ ਤੇ ਵੀ ਨਹੀਂ ਵੀ ਇਹਨੂੰ ਸਰਦਾਰ ਨਹੀਂ ਕਰਨਾ ਜਿੱਥੇ ਪੰਥ ਸ਼ਾਮਲ ਵਾਸੀ ਹੁੰਦਾ। ਇਸ ਕਰਕੇ ਜਸਵਿੰਦਰ ਸਿੰਘ ਕੋਈ ਛੇਕਿਆ ਨਹੀਂ ਸੀਗਾ ਜਿਹਦੇ ਨਾਲ ਤੁਸੀਂ ਇਸ ਤਰ੍ਹਾਂ ਦੁਰਵਿਹਾਰ ਕੀਤਾ ਤੇ ਉਹਨੂੰ ਵਿਚਾਰੇ ਨੂੰ ਉੱਥੋਂ ਬਗਾਵਤ ਕਰਨੀ ਪਈ। ਜਥੇਦਾਰ ਥੋੜੇ ਜਿਹੇ ਠੰਡੇ ਰਹੋ, ਤੁਸੀਂ ਜਵਾਨ ਹੋ, ਤੁਹਾਡਾ ਖੂਨ ਤੋਂ ਗਰਮ ਆ, ਹਰ ਇੱਕ ਨਾਲ ਸਲੀਕੇ ਨਾਲ ਗੱਲ ਕਰੋ। ਜੇ ਤੁਹਾਨੂੰ ਜਥੇਦਾਰ ਬਣਾਤਾ ਕੋਈ ਰੱਬ ਨਹੀਂ ਬਣਾਤਾ। ਹੁਣ ਜਸਵਿੰਦਰ ਸਿੰਘ ਨੂੰ ਇਹਨਾਂ ਨੇ ਕੀਤਾ ਕਾਲ ਤੱਕ ਤੋਂ ਸੁਣਾਤਾ ਵੀ ਇਹ ਤਨਖਾਹੀਆ ਕਰਾਰ ਦਿੱਤਾ ਜਾਂਦਾ। ਇਹਦੇ ਨਾਲ ਕੋਈ ਵੀ ਸਿੱਖ ਰੋਟੀ ਬੇਟੀ ਦੀ ਸਾਂਝ ਨਾ ਰੱਖੇ ਜਿੰਨਾ ਚਿਰ ਅਕਾਲ ਤਖਤ ਤੇ ਪੇਸ਼ ਹੋ ਕੇ ਇਹ ਤਨਖਾਹ ਨਹੀਂ ਲਾਉਂਦਾ। ਲੇਕਿਨ ਜਿਹੜੀ ਦੁਰਗਤ ਅੱਜ ਉਹਨੇ ਜਥੇਦਾਰ ਦੀ ਕੀਤੀ, ਭਾਵੇਂ ਕੱਲ ਨੂੰ ਜੋ ਵੇਖੀ ਜੋ ਬਾਤ ਦੀ ਗੱਲ, ਉਹ ਬੜੀ ਮੰਦਭਾਗੀ ਸੀ। ਉਹ ਨਹੀਂ ਹੋਣੀ ਚਾਹੀਦੀ ਸੀ। ਸਾਡੀ ਮਰਿਆਦਾ ਇਹੀ ਆ ਕਿ ਫਸੀਲ ਤੋਂ ਸੁਣਾਈ ਜਾਂਦੀ ਹੈ, ਬਾਕੀ ਨੂੰ ਸਜ਼ਾ ਸੁਣਾ ਦਿੱਤੀ ਗਈ ਕਿ 15 ਦਿਨ ਤੁਸੀਂ ਨਾਨਕ ਮੱਤਾ ਗੁਰਦੁਆਰੇ ਵੇਖੇ ਇੱਕ ਘੰਟਾ ਭਾਂਡੇ ਮਾਂਜਣੇ ਆ, ਸੰਗਤਾਂ ਦੇ ਜੂਠੇ ਭਾਂਡੇ ਮਾਂਜਣੇ ਆ, ਜੋੜੇ ਝਾੜਨੇ ਆ ਤੇ 1 ਘੰਟਾ ਤੁਸੀਂ ਕੀਰਤਨ ਸਰਵਣ ਕਰਨਾ ਵਾ ਜਿਹੜਾ ਨਿਤਨੇਮ ਕਰਦੇ ਉਸ ਤੋਂ ਇਲਾਵਾ। ਇਸ ਕਰਕੇ ਜਸਵਿੰਦਰ ਸਿੰਘ ਨੇ ਜੋ ਕੀਤਾ ਉਹਦੀ ਮਰਜ਼ੀ। ਲੇਕਿਨ ਮੈਂ ਚਾਹੁੰਦਾ ਵੀ ਇਹੋ ਜਿਹੀਆਂ ਗੱਲਾਂ ਅਕਾਲ ਤਖਤ ਤੇ ਨਹੀਂ ਹੋਣੀਆਂ ਚਾਹੀਦੀਆਂ। ਜੋ ਹੋਇਆ ਮੰਦਭਾਗਾ ਹੋਇਆ ਜੀ। ਤੇ ਪੱਟੀ ਸਾਹਿਬ ਕਿਹਨਾਂ ਵੱਲੋਂ ਡਾਕਟਰ ਸਵੈਮਾਨ ਸਿੰਘ ਹੁਣਾਂ ਨੂੰ ਸਨਮਾਨਿਤ ਕੀਤਾ ਗਿਆ? ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਬੜੇ ਲੰਬੇ ਅਰਸੇ ਤੋਂ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਕੈਲੀਫੋਰਨੀਆ ਪਿੰਡ ਵਸਾ ਕੇ ਬੈਠੇ ਨੇ, ਸੋ ਦੱਸਿਓ ਜਰਾ ਇਹਦੇ ਬਾਰੇ ਵੀ। 24 ਸਾਲ ਪਹਿਲਾਂ ਇੱਕ ਘਟਨਾ ਵਾਪਰੀ ਸੀਗੀ ਮਾਲਵੇ ਦੇ ਵਿੱਚ ਜੀ। ਮੇਕਸਰ ਸੈਣਾ ਪੈਂਸੀ ਨਾਲ ਕੁੜੀ ਕਿਰਨਜੋਤ ਸੀ, ਦਲਤਾਂ ਦੀ ਕੁੜੀ ਸੀ, ਕਾਲਜ ਪੜ੍ਹਨ ਗਈ, ਸਕੂਲ ਪੜ੍ਹਨ ਗਈ ਤੇ ਵਿਗੜੇ ਹੋਏ ਕਾਕਿਆਂ ਨੇ ਉਹਨੂੰ ਢਾ ਲਿਆ, ਉਹਦੇ ਨਾਲ ਬਲਾਤਕਾਰ ਕੀਤਾ। ਬਲਾਤਕਾਰ ਕਰਕੇ ਉਹਦਾ ਗਲ ਘੁੱਟ ਕੇ ਮਾਰ ਕੇ ਤੇ ਧਰਤੀ ਦੱਬ ਦਿੱਤਾ ਸੀ। ਕੋਈ ਦਾਦ ਫਰਿਆਦ ਨਹੀਂ। ਉਸ ਟਾਈਮ ਤੇ ਉੱਥੇ ਕਿਸਾਨ ਜਥੇਬੰਦੀ ਜਿਹੜੀ ਸੀ ਉਹਨਾਂ ਨੇ ਸ਼ੁਰੂ ਕੀਤਾ ਸੀ ਕੰਮ ਨੂੰ। ਜਦੋਂ ਕਿਸਾਨ ਜਥੇਬੰਦੀ ਵਾਲੇ ਉੱਥੇ ਆਏ ਉਹਨਾਂ ਨੇ ਫਿਰ ਉਹਦੀ ਪੜਤਾਲ ਕੀਤੀ, ਬਕਾਇਦਾ ਤੌਰ ਤੇ ਮੋਰਚਾ ਲਾਇਆ। ਜਦੋਂ ਉਹਨਾਂ ਨੇ ਮੋਰਚਾ ਲਾਇਆ ਤੇ ਫਿਰ ਤੁਸੀਂ ਵੇਖੋ ਉਸ ਮੋਰਚੇ ਦੇ ਵਿੱਚੋਂ ਨਿਕਲਿਆ ਕੀ। ਉਸ ਮੋਰਚਾ ਲੰਮਾ ਚੱਲਿਆ ਤੇ ਫਿਰ ਉਹ ਕਾਕੇ ਫੜੇ ਗਏ। ਜਦੋਂ ਉਹ ਕਾਕੇ ਫੜੇ ਗਏ, ਇਨਸਾਫ ਮਾੜਾ ਮੋਟਾ ਕਹੂੰਗਾ, ਪੂਰਾ ਇਨਸਾਫ ਨਹੀਂ ਸੀ ਮਿਲਿਆ। ਲੇਕਿਨ ਫਿਰ ਵੀ ਇਨਸਾਫ ਪੂਰਾ ਨਹੀਂ ਸੀ ਮਿਲਿਆ ਬੀਬੀ ਨੂੰ। ਲੇਕਿਨ ਫਿਰ ਵੀ ਉਹਦੇ ਅੰਦਰ ਚਲੇ ਗਏ ਜੀ। ਉਸ ਕੇਸ ਦੇ ਵਿੱਚ ਜਿਹੜਾ ਮੇਨ ਕਿਸਾਨ ਆਗੂ ਸੀ ਮਨਜੀਤ ਸਿੰਘ ਧਨੇਰ ਤੇ ਵੱਡੇ ਘਰਿਆਂ ਦੇ ਫਿਰ ਸਰਦਾਰਾਂ ਨੇ ਉਹਨੂੰ ਇੱਕ ਕਤਲ ਕੇਸ ਫਸਾਇਆ। ਉਹਨਾਂ ਦੇ ਮੁੰਡੇ ਨੂੰ ਚਲੇ ਗਏ ਕਿ ਤੂੰ ਬਾਹਰ ਨਹੀਂ ਰਹੇਗਾ। ਇੱਕ ਕਤਲ ਕੇ ਝੂਠੇ ਸੇ ਫਸਾਇਆ ਤੇ ਉਹਨੂੰ ਉਸ ਕੇਸ ਸਜ਼ਾ ਹੋ ਗਈ 20 ਸਾਲ ਦੀ ਉਮਰ ਕੈਦ ਸਜ਼ਾ ਹੋਈ ਉਹਨੂੰ। ਬਕਾਇਦਾ ਤੌਰ ਤੇ ਉਹ ਹਾਈ ਕੋਰਟ ਗਿਆ, ਹਾਈ ਕੋਰਟ ਨੇ ਉਹਨੂੰ ਰਾਹ ਦੇ ਦਿੱਤੀ, ਸੁਪਰੀਮ ਕੋਰਟ ਨੇ ਰਾਹ ਦੇ ਦਿੱਤੀ। ਸਭ ਨੂੰ ਪਤਾ ਸੀ ਵੀ ਬਕਾਇਦਾ ਤੌਰ ਤੇ ਇਹ ਕੇਸ ਝੂਠਾ ਵਾ ਤੇ 6 ਸਾਲ ਬਾਅਦ ਤੁਸੀਂ ਜਿਹੜੀ ਆ ਉਹ ਸਰਕਾਰ ਆਪਣੀ ਮਰਜ਼ੀ ਦਾ ਬੰਦਾ ਛੱਡ ਸਕਦੀ।
ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ, ਫਿਰ ਮੋਰਚਾ ਲੱਗਾ। ਸਰਕਾਰ ਨਾਲ ਗੱਲਬਾਤ ਚੱਲੀ ਤੇ ਫਿਰ ਕੈਪਟਨ ਸਰਕਾਰ ਨੇ ਮਨਜੀਤ ਸਿੰਘ ਧਨੇਰ ਨੂੰ, ਜਿਹੜਾ ਸੀ ਗਵਰਨਰ ਨੂੰ ਕਹਿ ਤੇ ਰਾਸ਼ਟਰਪਤੀ ਨੇ ਗੱਲ ਕਰਕੇ ਤੇ ਫਿਰ ਉਹਦੀ ਸਜ਼ਾ ਮਾਫ ਕਰਾਈ ਸੀ। ਉਸ ਕਿਰਨਜੋਤ ਬੀਬੀ ਨੂੰ ਹਰ ਸਾਲ 12 ਅਗਸਤ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਜੀ ਉਸ ਸ਼ਰਧਾਂਜਲੀ ਸਮਾਗਮ 'ਚ ਜਿਹੜੇ ਸੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਆਏ। ਡਾਕਟਰ ਸਵੈਮਾਨ ਸਿੰਘ ਜਿਹੜੇ ਅਮਰੀਕਾ ਤੋਂ 10 ਮਹੀਨਿਆਂ ਤੋਂ ਆ ਕੇ ਪੂਰੀ ਤਰ੍ਹਾਂ ਸਮਰਪਣ ਨੇ ਕਿਸਾਨ ਮੋਰਚੇ ਨੂੰ, ਉੱਥੇ ਲੋਕਾਂ ਦੀ ਸੇਵਾ ਕਰ ਰਹੇ, ਉਹਨਾਂ ਨੂੰ ਉੱਥੇ ਸਨਮਾਨਿਤ ਕੀਤਾ ਗਿਆ ਵਾ ਕਿ ਤੁਹਾਡੀ ਸੇਵਾ ਜਿਹੜੀ ਆ ਉਹ ਬਾਕੀਆਂ ਨੂੰ ਵੀ ਸੁਪਰ ਆ, ਤੁਸੀਂ ਸੱਚੇ ਦਿਲ ਨਾਲ ਬੜੀ ਇਮਾਨਦਾਰੀ ਨਾਲ ਸੇਵਾ ਕਰ ਰਹੇ ਹੋ, ਰੱਬ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਜੀ। ਤੇ ਪੱਟੀ ਸਾਹਿਬ ਇਹ ਵੀ ਦੱਸ ਦਿਓ ਕਿ ਅਸਾਮ ਦੇ ਮੁੱਖ ਮੰਤਰੀ ਨੇ ਕਿਹਨੂੰ ਡੀਐਸਪੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ? ਜਿਹੜੀ ਸਾਡੀ ਵੇਟ ਲਿਫਟਰ ਸੀ ਲਵਲੀਨਾ ਜੀ, ਉਹ ਅਸਾਮ ਦੀ ਵਾਲੀ, ਉਹਨੇ ਜਿਹੜੇ ਇਹਨੂੰ ਕਰੋੜਾਂ ਰੁਪਏ ਦੇ ਦਿੱਤੇ, ਲੇਕਿਨ ਭਾਵੇਂ ਉਹ ਕਾਂਸੀ ਦਾ ਤਗਮਾ ਲੈ ਕੇ ਆਈ ਆ, ਉੱਥੋਂ ਦੇ ਮੁੱਖ ਮੰਤਰੀ ਨੂੰ ਡੀਐਸਪੀ ਦੀ ਆਫਰ ਕਰਤੀ ਵੀ ਤੈਨੂੰ ਸਿੱਧਾ ਡੀਐਸਪੀ ਭਰਤੀ ਕਰਦੇ ਅਸੀਂ। ਉੱਥੋਂ ਦੇ ਮੁੱਖ ਮੰਤਰੀ ਨੇ ਉਹਦੇ ਕੋਚ ਦੀ ਪਿੱਤੂ ਬੜੀ ਸੋਹਣੀ ਟ੍ਰੇਨਿੰਗ ਦਿੱਤੀ ਕੁੜੀ ਨੂੰ, 10 ਲੱਖ ਰੁਪਇਆ ਉਹਨੂੰ ਵੀ ਇਨਾਮ ਦਿੱਤਾ ਉਹਨੇ ਜੀ। ਤੇ ਹੁਣ ਲਵਲੀਨਾ ਦੀ ਮਰਜ਼ੀ ਹੈ, ਨਾਲ ਉਹਨੇ ਕਿਹਾ ਵੀ ਤੂੰ ਆਪਣੀ ਗੇਮ ਜਾਰੀ ਰੱਖ, ਜਿੰਨਾ ਖਰਚਾ ਤੇਰੀ ਖੁਰਾਕ ਤੇ ਆਏਗਾ, ਤੇਰੀ ਰਹਿਣ ਤੇ ਆਏਗਾ, ਸਹਿਣ ਤੇ ਜੋ ਵੀ ਤੂੰ ਕਹੇਗੀ ਸਾਰਾ ਖਰਚਾ ਸਾਡੀ ਸਟੇਟ ਗਵਰਨਮੈਂਟ ਕਰੇਗੀ। ਲੇਕਿਨ ਸਾਡੇ ਇੱਥੇ ਅਜੇ ਤੱਕ ਸਾਡੇ ਕਿਹਾ ਜ਼ਰੂਰ ਕਿ ਪਿਆ ਜਾਗੇ ਕਰੋੜ ਰੁਪਈਆ, ਪਤਾ ਨਹੀਂ ਦਿੱਤਾ। ਐਸਜੀਪੀਸੀ ਨੇ ਕੱਲ ਜ਼ਰੂਰ 1 ਕਰੋੜ ਰੁਪਈਆ ਜਿਹੜੇ ਸਾਡੇ ਖਿਡਾਰੀ ਸੀ ਇਹਨਾਂ ਨੂੰ ਦਿੱਤਾ ਵਾ। ਜਿਹੜੀ ਬੀਬੀ ਗੁਰਜੀਤ ਕੌਰ ਜੀ, ਹਾਕੀ ਪੰਜਾਬ ਦੀ ਇੱਕੋ ਇੱਕ ਪਲੇਅਰ, ਉਹਦੇ ਬਾਰੇ ਉਹਦੇ ਫਾਦਰ ਨੇ ਇੰਨੀ ਗੱਲ ਕਹੀ ਸੀ ਕਿ ਮੈਂ ਆਪਣਾ ਮੋਟਰਸਾਈਕਲ ਵੇਚ ਕੇ ਆਪਣੀ ਬੇਟੀ ਨੂੰ ਕਿੱਟ ਲੈ ਕੇ ਦਿੱਤੀ ਹਾਕੀ ਦੀ ਜੀ। ਇਹਦੇ ਕੋਲ ਕੁੜੀ ਕੋਲ ਕਿੱਟ ਨਹੀਂ ਆਪਣੀ ਹੈਗੀ, ਸਰਕਾਰ ਨੂੰ ਕਿੱਟ ਨਹੀਂ ਦੇ ਸਕਦੀ, ਉਹ ਕੀ ਸਵਾਰੂਗੀ। ਉਹਨਾਂ ਨੇ ਮੰਗ ਕੀਤੀ ਹੈ ਕਿ ਸਾਡੀ ਬੇਟੀ ਨੂੰ ਪੰਜਾਬ ਪੁਲਿਸ ਡੀਐਸਸੀ ਭਰਤੀ ਕੀਤਾ ਜਾਵੇ। ਮੈਨੂੰ ਉਮੀਦ ਨਹੀਂ ਵੀ ਸਾਡੀ ਸਰਕਾਰ ਕੋਈ ਕਾਰਵਾਈ ਕਰੂਗੀ, ਲੇਕਿਨ ਉਸ ਕੁੜੀ ਦੀ ਬੜੀ ਕੁਰਬਾਨੀ ਆ। ਤੇ ਉਹਨੇ ਕਿਹਾ ਮੈਂ ਕਿਸੇ ਵੀ ਹਾਲਤ ਦੇ ਵਿੱਚ ਆਪਣੀ ਗੇਮ ਜਾਰੀ ਰੱਖੂੰਗੀ ਤੇ ਅਗਲੀਆਂ ਓਲੰਪਿਕ ਫਿਰ ਖੇਡੂੰਗੀ। ਜਦੋਂ ਉਹ ਇੱਥੇ ਅਦਾਲੇ 'ਚ ਆਈ ਆ, ਅੰਮ੍ਰਿਤਸਰ ਆਈ ਆ, ਬੜਾ ਗਰਮ ਜੋ ਸੀ ਸਵਾਗਤ ਕੀਤਾ ਗਿਆ ਕੁੜੀ ਦਾ। ਮੈਂ ਸੋਚਦਾ ਸਵਾਗਤ ਹੀ ਉਹਨਾਂ ਨੇ ਇੰਨਾ ਹੋਇਆ ਕਿ ਉਹ ਇੰਨੇ ਕਿ ਮਾਣ ਚਾਹੀਦਾ ਕਿ ਉਹਨੂੰ ਹੌਸਲਾ ਆ ਗਿਆ ਕਿ ਸਾਡੇ ਕਿਸੇ ਦੇਸ਼ ਦੇ ਲੋਕ ਖੜੇ ਨੇ ਜੀ। ਬਿਲਕੁਲ ਥੋੜੀ ਜਿਹੀ ਸ਼ਰਮ ਚਾਹੀਦੀ ਆ। ਉਹ ਇਹੋ ਜਿਹੇ ਪਲੇਅਰਾਂ ਦੀ ਜ਼ਰੂਰ, ਖਾਸ ਤੌਰ ਤੇ ਪਲੇਅਰਾਂ ਦੀ, ਇਹੋ ਜਿਹੇ ਸਿਰਕੜ ਪਲੇਅਰ ਨੇ, ਉਹਨਾਂ ਦੀ ਮਦਦ ਸਮੇਂ ਸਿਰ ਜ਼ਰੂਰ ਕਰਦੇ ਰਹਿਣ ਜੀ। ਥੈਂਕ ਯੂ ਪੱਟੀ ਸਾਹਿਬ, ਕੱਲ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ ਤੇ ਖਬਰਾਂ ਤੇ ਵਿਸਤਾਰ ਰੂਪ ਜਾਣਕਾਰੀ ਦਿੱਤੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਹਮੇਸ਼ਾ ਸਾਂਝਾ ਟੀਵੀ ਦੀ ਇਹੀ ਕੋਸ਼ਿਸ਼ ਹੁੰਦੀ ਹੈ ਖਬਰਸਾਰ ਬਿਹਾਈਂਡ ਦਾ ਨਿਊਜ਼ ਤੁਹਾਡੇ ਤੱਕ ਅਸੀਂ ਦੁਨੀਆ ਭਰ ਦੀਆਂ ਖਬਰਾਂ ਲੈ ਕੇ ਆਉਂਦੇ ਹਾਂ ਕਿ ਹੋ ਕੀ ਰਿਹਾ। ਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਸਵੀਰ ਸਿੰਘ ਪੱਟੀ ਇਹਨਾਂ ਖਬਰਾਂ ਨੂੰ ਬੜਾ ਪੜਚੋਲ ਕੇ, ਬੜਾ ਕਹਿ ਲਓ ਇਹਦੇ ਉੱਤੇ ਵੇਰਵੇ ਦੇ ਨਾਲ ਦੱਸਦੇ ਨੇ, ਰਿਲੇਟ ਕਰਕੇ ਦੱਸਦੇ ਨੇ। ਸੋ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਪਸੰਦ ਆਉਂਦਾ ਹੋਵੇਗਾ। ਤੁਸੀਂ ਫੀਡਬੈਕ ਜ਼ਰੂਰ ਦਿਆ ਕਰੋ, ਕਿਵੇਂ ਦੇ ਲੱਗਦੇ ਨੇ ਪ੍ਰੋਗਰਾਮ। ਜੇ ਕੋਈ ਵੀ ਕਮੀਆਂ ਤਰੁੱਟੀਆਂ ਹੁੰਦੀਆਂ ਸਾਨੂੰ ਦੱਸਿਆ ਕਰੋ, ਅਸੀਂ ਜ਼ਰੂਰ ਉਹਨਾਂ ਦੇ ਵਿੱਚ ਸੁਧਾਰ ਕਰਾਂਗੇ। ਤੇ ਅੱਜ ਸਮਾਂ ਕਹਿ ਰਿਹਾ ਕਿ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਹੈ, ਪਰ ਕੱਲ ਫਿਰ ਦੱਸੇ ਹੋਏ ਟਾਈਮ ਅਨੁਸਾਰ 10 ਵਜੇ ਫਿਰ ਤੁਹਾਡੇ ਰੂਬਰੂ ਹੋ ਜਾਾਂਗੇ। ਤੁਸੀਂ ਸਾਰੇ ਰੱਖਿਓ ਆਪਣਾ ਖਿਆਲ। ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।